ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਜਪ ਸਿਰ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਨਾਵੇਂ ਸਾਚੇ, ਬਿਨ ਸਾਚੇ ਕਿਆ ਤਾਸ। ਜੇਹਾ ਰਾਧੇ ਤੇਹਾ ਲੂਣੇ, ਬਿਨ ਗੁਣ ਜਨਮ ਵਿਨਾਸ਼। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਏ। ਗੁਰਮਤਿ ਪੂਰਾ ਸੋਏ ਰਹਾਓ, ਵਿਣ ਰਾਸੀ ਵਾਪਾਰੀਆ। ਤੱਕੇ ਕੁੰਡਾਂ ਚਾਰ, ਮੂਲ ਨ ਬੂਝੇ ਆਪਣਾ, ਵਸਤ ਰਹੀ ਘਰ ਬਾਰ। ਵਿਣ ਵਖਰ ਦੁਖ ਅਗਲਾ, ਕੂੜ ਮੁੱਠੀ ਕੁੜਿਆਰ। ਲਾਹਾ ਐਨ ਸਨਾਤਨਾ, ਪਰਖੇ ਰਤਨ ਵਿਚਾਰ। ਵਸਤ ਲਏ ਕਰ ਆਪਣੇ, ਚੱਲੇ ਕਾਰਜ ਸਾਰ। ਵਣਜਾਰਿਆ ਸੋ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਸੰਤਾਂ ਸੰਗਤ ਪਾਈਏ, ਜੇ ਮੇਲੇ ਮੇਲਣਹਾਰ। ਮਿਲਿਆ ਹੋਏ ਨ ਵਿਛੜੇ, ਜਿਸ ਅੰਤਰ ਜੋਤ ਅਪਾਰ। ਸੱਚੇ ਆਸਣ ਸੱਚ ਰਹੇ, ਸੱਚੇ ਪ੍ਰੇਮ ਪਿਆਰ। ਜਿਨੀ ਆਪ ਪਛਾਣਿਆ, ਘਰ ਮੇ ਮਹਿਲ ਸੁਥਾਏ। ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਤ੍ਰਿਵਣ ਸੋ ਪ੍ਰਭ ਜਾਣੀਏ, ਸਾਚੋ ਸਾਚੇ ਨਾਏ। ਸਾਧਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਮਹਿਲੀ ਮਹਿਲ ਬੁਲਾਈਏ, ਸੋ ਪਿਰ ਰਾਵੇ ਰੰਗ। ਸੱਚ ਸੁਹਾਗਣੀ ਸਾਪਲੀ, ਪਿਰ ਮੋਹੀ ਗੁਣ ਸੰਗ। ਪੂਲੀ ਪੂਲੀ ਥਲ ਚੜਾਂ, ਥਲ ਚੜ ਡੂਗਰ ਜਾਓ। ਬਨ ਮੈਂ ਪੂਲੀ ਜੇ ਫਿਰਾਂ, ਬਿਨ ਗੁਰ ਬੂਝ ਨ ਪਾਓ। ਨਾਵੋ ਪੂਲੀ ਜੇ ਫਿਰਾਂ, ਫਿਰ ਆਵੋ ਜਾਓ। ਪੂਛੇ ਜਾਏ ਪਦਾਊਆ, ਚੱਲੇ ਚਾਕਰ ਹੋਏ। ਰਾਜਨ ਜਾਣੇ ਆਪਣਾ, ਦਰ ਕਰ ਠਾਕ ਨ ਹੋਏ। ਨਾਨਕ ਏਕੋ ਰਵ ਰਿਆ, ਦੂਜਾ ਅਵਰ ਨ ਕੋਇ। ਰਾਜਨ ਜਾਣੇ ਆਪਣਾ, ਦਰ ਕਰ ਠਾਕ ਨ ਹੋਏ। ਨਾਨਕ ਏਕੋ ਰਵ ਰਿਆ, ਦੂਜਾ ਅਵਰ ਨ ਕੋਇ। ਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਸਿੱਧੀ ਆਦਿਕ ਵਾਸਤੇ ਮੰਤਰਾਂ ਦਾ ਪਾਠ ਕੀਤਾ ਜਾਏ, ਧੂਣੀਆਂ ਆਦਿਕ ਪਾ ਕੇ ਸਰੀਰ ਨੂੰ ਨਸ਼ਟ ਜਾਂ ਕਸ਼ਟ ਦਿੱਤਾ ਜਾਏ, ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ, ਅਤੇ ਜੇ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ, ਪਰ ਪਰਮਾਤਮਾ ਦਾ ਸਿਮਰਨ ਨਾ ਕੀਤਾ ਜਾਏ, ਤਾਂ ਪ੍ਰਭੂ ਸਿਮਰਨ ਤੋਂ ਬਿਨਾਂ ਉੱਪਰਲੇ ਸਾਰੇ ਹੀ ਉਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ। ਜੇ ਸਿਮਰਨ ਨਹੀਂ ਕੀਤਾ ਤਾਂ ਆਤਮਿਕ ਗੁਣ ਕਿੱਥੋਂ ਆ ਜਾਣ, ਅਤੇ ਆਤਮਿਕ ਗੁਣਾਂ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਹੇ ਭੋਲੀ ਜੀਵ ਰੂਪ ਇਸਤਰੀਏ, ਆਤਮਿਕ ਗੁਣਾਂ ਤੋਂ ਬਿਨਾਂ ਆਤਮਿਕ ਸੁੱਖ ਨਹੀਂ ਹੋ ਸਕਦਾ, ਅਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਣ ਪੈਦਾ ਨਹੀਂ ਹੋ ਸਕਦੇ। ਗੁਣਾਂ ਦੀ ਖਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਿਕ ਸੁੱਖ ਹੋਵੇਗਾ। ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ ਚਰਨਾਂ ਵਿੱਚ ਲੀਨ ਹੋ ਸਕੀਦਾ ਹੈ। ਗੁਰੂ ਦੀ ਸਿੱਧ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਪ੍ਰਾਪਤ ਹੁੰਦਾ ਹੈ। ਬਿਨਾਂ ਪੂੰਜੀ ਦੇ ਵਪਾਰੀ ਚੌਹਾਂ ਪਾਸੇ ਝਾਕਦਾ ਰਹਿੰਦਾ ਹੈ। ਜਿਹੜਾ ਮਨੁੱਖ
ਆਪਣੀ ਜ਼ਿੰਦਗੀ ਦੇ ਮੂਲ ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸਦੇ ਹਿਰਦੇ ਘਰ ਅੰਦਰ ਹੀ ਅਣਪਛਾਤਾ ਪਿਆ ਰਹਿੰਦਾ ਹੈ। ਭਾਵ ਉਸਦੇ ਅੰਦਰ ਵਸਦਾ ਹੈ, ਪਰ ਉਸਨੂੰ ਇਸ ਤੱਥ ਦੀ ਕੋਈ ਸੋਝੀ ਨਹੀਂ ਹੁੰਦੀ। ਨਾਸਵੰਤ ਪਦਾਰਥਾਂ ਦੀ ਵਪਾਰਨ ਜੀਵ ਰੂਪ ਇਸਤਰੀ ਝੂਠ ਵਿੱਚ ਲੱਗ ਕੇ ਆਤਮਕ ਗੁਣਾਂ ਵੱਲੋਂ ਲੁੱਟੀ ਜਾ ਰਹੀ ਹੈ। ਨਾਮ ਵਖਰ ਤੋਂ ਵਾਂਝੇ ਰਹਿ ਕੇ ਉਸਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ। ਜਿਹੜਾ ਮਨੁੱਖ ਸੋਚ ਸਮਝ ਕੇ ਨਾਮ ਰਤਨ ਨੂੰ ਪਰਖਦਾ ਹੈ, ਨਾਮ ਦੀ ਕੀਮਤ ਪਾਉਂਦਾ ਹੈ, ਉਸ ਨੂੰ ਦਿਨ ਰਾਤ ਆਤਮਕ ਗੁਣਾਂ ਦਾ ਨਿਤ ਨਵਾਂ ਲਾਭ ਪ੍ਰਾਪਤ ਹੁੰਦਾ ਹੈ। ਭਾਵ ਅਧਿਆਤਮਕ ਲਾਭ ਅਰਜਿਤ ਹੁੰਦਾ ਹੈ। ਉਹ ਮਨੁੱਖ ਆਪਣੇ ਹਿਰਦੇ ਵਿੱਚ ਹੀ ਆਪਣਾ ਅਸਲ ਸਰਮਾਇਆ ਸੁੱਖ ਲੱਭ ਲੈਂਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਮਨੋਰਥ ਵਿੱਚ ਸਫਲ ਹੋ ਜਾਂਦਾ ਹੈ। ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿੱਚ ਲਿਆਉਂਦਾ ਹੈ। ਫਿਰ ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖਜ਼ਾਨਾ ਲਭਾ ਸਕਦਾ ਹੈ। ਜੇ ਉਸ ਖਜ਼ਾਨੇ ਨਾਲ ਮਿਲਾਪ ਕਰਾਉਣ ਦੇ ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖਜ਼ਾਨਾ ਸੰਤਾਂ ਦੀ ਸੰਗਤ ਵਿੱਚ ਹਰਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤ ਇੱਕ ਵਾਰੀ ਜਗ ਪਏ, ਉਹ ਪ੍ਰਭੂ ਚਰਨਾਂ ਵਿੱਚ ਮਿਲਿਆ ਹੋਇਆ ਮੁੜ ਵਿਛੜਦਾ ਨਹੀਂ ਹੈ, ਕਿਉਂਕਿ ਉਹ ਅਡੋਲ ਆਤਮਕ ਆਸਣ ਉੱਤੇ ਬੈਠ ਜਾਂਦਾ ਹੈ। ਉਹ ਸਦਾ ਥਿਰ ਪ੍ਰਭੂ ਵਿੱਚ ਲਿਵ ਲਾ ਲੈਂਦਾ ਹੈ। ਉਹ ਆਪਣਾ ਪ੍ਰੇਮ ਪਿਆਰ ਸਦਾ ਥਿਰ ਪ੍ਰਭੂ ਵਿੱਚ ਪਾ ਲੈਂਦਾ ਹੈ। ਗੁਰੂ ਦੀ ਮੱਤ ਉੱਤੇ ਤੁਰ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ ਰੂਪ ਸੋਹਣੇ ਥਾਂ ਵਿੱਚ ਹੀ ਪਰਮਾਤਮਾ ਦਾ ਨਿਵਾਸ ਥਾਂ ਲੱਭ ਪੈਂਦੀ ਹੈ। ਸਦਾ ਥਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਸਤ ਸਰੂਪ ਪੱਲੇ ਪੈਂਦਾ ਹੈ। ਹੇ ਭੋਲੀ ਜੀਵ ਰੂਪ ਇਸਤਰੀ, ਜੇ ਸੱਚੇ ਪ੍ਰਭੂ ਦੇ ਨਾਮ ਵਿੱਚ ਜੁੜੇ ਰਹੀਏ, ਤਾਂ ਉਹ ਉਸ ਸਦਾ ਥਿਰ ਪ੍ਰਭੂ ਨੂੰ ਤਿੰਨਾਂ ਲੋਕਾਂ ਵਿੱਚ ਵੀ ਉਸ ਦੀ ਵਿਆਪਤੀ ਹੀ ਅਨੁਭਵ ਹੁੰਦੀ ਹੈ। ਗੁਰੂ ਦੀ ਸ਼ਰਨ ਪੈ ਕੇ ਜਿਸ ਜੀਵ ਰੂਪ ਇਸਤਰੀ ਨੇ ਪਤੀ ਰੂਪ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝ ਲਿਆ ਹੈ, ਉਹ ਜੀਵ ਰੂਪ ਇਸਤਰੀ ਸੱਚਮੁੱਚ ਬਹੁਤ ਸੁੰਦਰ ਅਤੇ ਸ਼ੋਭਾਸ਼ਾਲੀ ਹੈ। ਫਿਰ ਉਹ ਜੀਵ ਰੂਪ ਇਸਤਰੀ ਪ੍ਰਭੂ ਦੇ ਮਹਿਲ ਵਿੱਚ ਸੱਦੀ ਜਾਂਦੀ ਹੈ ਅਤੇ ਉਹ ਪ੍ਰਭੂ ਪਤੀ ਪ੍ਰੇਮ ਪੂਰਵਕ ਰਮਣ ਕਰਦੀ ਹੈ। ਪਤੀ ਰੂਪ ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸਨੂੰ ਅਜਿਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਕੇ ਸੱਚਮੁੱਚ ਸ੍ਰੇਸ਼ਟ ਸੁਹਾਗਣ ਹੋ ਜਾਂਦੀ ਹੈ। ਆਤਮਕ ਗੁਣਾਂ ਤੋਂ ਖੁੰਝ ਕੇ
ਜੀਵਨ ਦੇ ਸਹੀ ਰਸਤੇ ਤੋਂ ਭੁੱਲ ਕੇ ਜੇ ਮੈਂ ਦੁਨੀਆ ਛੱਡ ਕੇ ਵੀ ਸਾਰੀ ਧਰਤੀ ਉੱਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰਕੇ ਫਿਰ ਜੇ ਮੈਂ ਪਹਾੜ ਉੱਤੇ ਵੀ ਜਾ ਚੜ੍ਹਾਂ ਅਤੇ ਜੰਗਲਾਂ ਵਿੱਚ ਵੀ ਭੁੱਲਦੀ ਹੋਈ ਰਹਾਂ, ਫਿਰ ਵੀ ਬਿਨਾਂ ਗੁਰੂ ਦੇ ਵਾਸਤਵਿਕ ਗਿਆਨ ਨੂੰ ਸਮਝਿਆ ਨਹੀਂ ਜਾ ਸਕਦਾ। ਸੱਚੇ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਜੇ ਮੈਂ ਫਿਰਦੀ ਰਹਾਂ ਤਾਂ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਈ ਰਹਾਂਗੀ। ਜੇ ਈਸ਼ਵਰੀ ਦਰਗਾਹ ਵਿੱਚ ਜਾਣਾ ਹੈ ਤਾਂ ਹੇ ਭੋਲੀ ਜੀਵ ਰੂਪ ਇਸਤਰੀ, ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ ਜਾ ਕੇ ਉਹਨਾਂ ਆਤਮਰਾਹੀਆਂ ਨੂੰ ਪੁੱਛ ਜਿਹੜੇ ਪ੍ਰਭੂ ਦੇ ਸੇਵਕ ਬਣ ਕੇ ਜੀਵਨ ਰਸਤੇ ਉੱਤੇ ਚੱਲ ਰਹੇ ਹਨ। ਉਹ ਇਸ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਨੂੰ ਹੀ ਆਪਣਾ ਰਾਜਾ, ਸਵਾਮੀ ਅਤੇ ਸਤ ਸਰੂਪ ਗੁਰੂ ਸਮਝਦੇ ਹਨ ਅਤੇ ਉਹਨਾਂ ਨੂੰ ਪ੍ਰਭੂ ਪਾਤਸ਼ਾਹ ਦੇ ਦਰ 'ਤੇ ਘਰ ਵਿੱਚ ਜਾਣੋਂ ਕੋਈ ਰੋਕ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਮੌਜੂਦ ਦਿਸਦਾ ਹੈ, ਕਿਤੇ ਵੀ ਉਹਨਾਂ ਨੂੰ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ। ਗੁਰੂ ਜੀ ਆਖਦੇ ਹਨ ਕਿ ਕੁਦਰਤ ਦਾ ਨਿਯਮ ਹੈ ਕਿ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ ਉਹੋ ਜਿਹਾ ਹੀ ਫਲ ਮਿਲਦਾ ਹੈ। ਜਿਹਾ ਰਾਧੇ ਤੇਹਾ ਲੂਣੇ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਮਝਾ ਰਹੇ ਹਨ ਕਿ ਕਿਹੜਾ ਬੀਜ ਬੀਜਣਾ ਹੈ। ਉਹ ਹੈ ਗੁਣਾਂ ਦਾ ਬੀਜ। ਬਿਨ ਗੁਣ ਜਨਮ ਵਿਨਾਸ਼, ਭਾਵ ਬਾਕੀ ਸਭ ਕਰਮ ਕਾਂਡ ਜੋ ਮਨੁੱਖ ਕਰਦਾ ਹੈ ਉਹ ਨਿਸਫਲ ਹਨ, ਕੋਈ ਫਲ ਨਹੀਂ ਦਿੰਦੇ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਭਾਵ ਇਹ ਸਭ ਜਪ ਤਪ ਸੰਜਮ ਤੀਰਥ ਆਪਣੇ ਆਪ ਵਿੱਚ ਯਾਨੀ ਕਿ ਗੁਣਾਂ ਤੋਂ ਬਗੈਰ ਵਿਅਰਥ ਹਨ। ਇਸ ਕਰਕੇ ਗੁਰੂ ਜੀ ਸਾਨੂੰ ਹਿਦਾਇਤ ਕਰਦੇ ਹਨ ਕਿ ਗੁਣਾਂ ਨੂੰ ਆਪਣੇ ਅੰਦਰ ਵਸਾ, ਜਿਨ੍ਹਾਂ ਕਰਕੇ ਆਤਮਿਕ ਸੁੱਖ ਹੋਵੇਗਾ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈਏ, ਗੁਰਤ ਪੂਰਾ ਸੋਏ ਰਹਾਓ। ਜਿਸ ਤਰ੍ਹਾਂ ਸਮਰਾਏ ਤੋਂ ਬਿਨਾਂ, ਸਰਮਾਏ ਤੋਂ ਬਿਨਾਂ ਵਪਾਰੀ ਵਪਾਰ ਨਹੀਂ ਕਰ ਸਕਦਾ, ਭਾਵ ਖੱਟੀ ਨਹੀਂ ਖੱਟ ਸਕਦਾ, ਉਸੇ ਤਰ੍ਹਾਂ ਮਨੁੱਖ ਆਪਣੇ ਮੂਲ ਰੂਪੀ ਰਾਸ਼ੀ ਨੂੰ ਅਪਣਾਏ ਬਗੈਰ ਆਤਮਿਕ ਲਾਹਾ ਨਹੀਂ ਲੈ ਸਕਦਾ। ਬਿਨ ਰਾਸੀ ਵਪਾਰੀਆ, ਤੱਕੇ ਕੁੰਡਾ ਚਾਰ, ਮੂਲ ਨ ਬੂਝੇ ਆਪਣਾ, ਵਸਤਰ ਹੀ ਘਰ ਬਾਰ। ਜਿਸ ਤਰ੍ਹਾਂ ਵਣਜਾਰਾ ਵਣਜ ਕਰਦਾ ਹੈ ਵਸਤੂ ਨੂੰ ਪਰਖ ਕੇ, ਉਸੇ ਤਰ੍ਹਾਂ ਮਨੁੱਖ ਨਾਮ ਰਤਨ ਨੂੰ ਸੋਚ ਸਮਝ ਕੇ ਪਰਖੇ, ਭਾਵ ਬ੍ਰਹਮ ਗਿਆਨ ਦੀ ਵਿਚਾਰ ਕਰੇ। ਵਣਜਾਰਿਆ ਸੋ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਆਪ ਹੈ, ਉਸ ਨਾਲ ਮਿਲਾਪ ਉਹ ਆਪ ਹੀ ਜਗਿਆਸੂ ਨੂੰ ਸਤਿਗੁਰੂ ਰਾਹੀਂ ਕਰਵਾ ਦਿੰਦਾ ਹੈ। ਸੰਤਾਂ ਸੰਗਤ ਪਾਈਐ,
ਜੇ ਮੇਲੇ ਮੇਲਣਹਾਰ। ਗੁਰੂ ਜੀ ਸਮਝਾਉਂਦੇ ਹਨ ਕਿ ਆਤਮਕ ਗੁਣਾਂ ਦੀ ਵਣਜ ਤੋਂ ਖੁੰਝ ਕੇ ਸਹੀ ਰਸਤੇ ਤੋਂ ਉਤਰ ਸਹੀ ਰਸਤੇ ਤੋਂ ਉਤਰ ਕੇ ਮਨੁੱਖ ਥਾਂ ਥਾਂ 'ਤੇ ਠੋਕਰਾਂ ਖਾ ਰਿਹਾ ਹੈ। ਭੂਲੀ ਭੂਲੀ ਥਲ ਚੜ੍ਹ ਡੂਗਰ ਜਾਓ। ਸੋ ਸਹੀ ਰਸਤਾ ਲੱਭਣ ਵਾਸਤੇ ਉਹਨਾਂ ਆਤਮਰਾਈਆਂ ਨੂੰ ਪੁੱਛੋ ਜਿਹੜੇ ਪ੍ਰਭੂ ਨਾਲ ਜੁੜੇ ਹੋਏ ਹਨ। ਪੁੱਛੇ ਜਾਏ ਪਦਾਊਆ ਚੱਲੇ ਡਾਕਰ ਹੋਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।